ਦੋਸਤੋ ਅਮਰੀਕਾ ਦੇ ਵਿੱਚ ਇੱਕ ਕਾਗਜ਼ ਐਸਾ ਹੈ ਕਿ ਜਿਹਨੂੰ ਤੁਸੀਂ ਸਾਈਨ ਕਰਦੇ ਹੋ ਤੇ ਤੁਹਾਡੀ ਜਿਹੜੀ ਇਸ ਟਾਈਮ ਜ਼ਿੰਦਗੀ ਹੈ ਉਹ ਵੀ ਪ੍ਰੋਬਲਮ ਚ ਆ ਜਾਂਦੀ ਹੈ ਤੇ ਜਿਹੜਾ ਤੁਹਾਡਾ ਫਿਊਚਰ ਹੈ ਉਹ ਵੀ ਪ੍ਰੋਬਲਮ ਚ ਆ ਜਾਂਦਾ ਹੈ। ਉਸ ਕਾਗਜ਼ ਕੀ ਹੈ, ਉਹ ਤੋਂ ਕਿਸ ਨਾਲ ਬਚਣਾ ਹੈ, ਉਹਦੀ ਕੀ ਡਿਟੇਲਸ ਨੇ, ਇਹ ਸਾਰੀ ਗੱਲ ਮੈਂ ਤੁਹਾਨੂੰ ਅੱਜ ਇਸ ਵੀਡੀਓ 'ਚ ਦੱਸਣੀ ਹੈ। ਕੀਮਤੀ ਵੀਡੀਓ ਹੈ, ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ, ਵੀਡੀਓ ਨੂੰ ਆਖਰ ਤੱਕ ਦੇਖਣਾ। ਇਹ ਇੱਕ ਬੜਾ ਨਾਜ਼ੁਕ ਮੌਜੂ ਹੈ, ਲੇਕਿਨ ਤੁਹਾਡੀ ਫਰਮਾਇਸ਼ ਤੇ ਔਰ ਤੁਹਾਡੇ ਸਵਾਲਾਂ ਦੇ ਉੱਤੇ ਮੈਂ ਅੱਜ ਤੇ ਵੀਡੀਓ ਬਣਾ ਰਿਹਾ। ਤੇ ਦੋਸਤੋ, ਤੁਹਾਨੂੰ ਕੋਈ ਤੁਹਾਡਾ ਰਿਸ਼ਤੇਦਾਰ, ਦੋਸਤ, ਬੱਚਾ, ਮਿਲਣ ਵਾਲਾ ਕੋਈ ਕਹਿੰਦਾ ਕਿ ਯਾਰ ਬੋਬੀ ਭਾਈ ਮੈਂ ਗੱਡੀ ਖਰੀਦਣੀ ਹੈ, ਮੇਰਾ ਕ੍ਰੈਡਿਟ ਸਹੀ ਨਹੀਂਗਾ। ਪਹਿਲੇ ਮੈਂ ਤੁਹਾਨੂੰ ਗੱਡੀ ਦਾ ਦੱਸਣਾ, ਉਸ ਤੋਂ ਬਾਅਦ ਤੁਹਾਨੂੰ ਮੈਂ ਕਾਰ ਦਾ ਦੱਸਣਾ। ਪਹਿਲੇ ਗੱਡੀ ਦੀ ਗੱਲ ਸੁਣ ਲਓ। ਮੇਰਾ ਕ੍ਰੈਡਿਟ ਸਹੀ ਨਹੀਂ ਤੇ ਤੁਸੀਂ ਪਲੀਜ਼ ਕੋ ਸਾਈਨੀ ਬਣ ਜਾਓ। ਇਹ ਜੀ ਉਹ ਕਾਗਜ਼ ਕੋ ਸਾਈਨੀ ਵਾਲਾ ਜਿੱਤੇ ਤੁਸੀਂ ਸਾਈਨ ਕਰਨੇ ਨੇ। ਹੁਣ ਇਹਦੇ ਸੁਣ ਲਵੋ ਕਿ ਕੀ ਕੀ ਹੋ ਸਕਦਾ ਤੁਹਾਡੇ ਨਾਲ। ਪਹਿਲੀ ਗੱਲ ਤੇ ਯਾਦ ਰੱਖੋ, ਜਦੋਂ ਤੁਸੀਂ ਕੋ ਸਾਈਨੀ ਬਣਦੇ ਹੋ ਤਾਂ ਨਾਲ ਤੁਸੀਂ ਜ਼ਿੰਮੇਦਾਰ ਹੋ ਜਾਂਦੇ ਹੋ। ਇਹ ਡੈਟ ਤੁਹਾਡੇ ਕ੍ਰੈਡਿਟ ਦੇ ਉੱਤੇ ਆ ਜਾਣੀ ਹੈ। ਅਗਰ 20,000 ਦੀ ਗੱਡੀ ਲਈਏ ਤੇ 20,000 ਤੁਹਾਡੇ ਕ੍ਰੈਡਿਟ ਤੇ ਵੀ ਆ ਗਿਆ, 500 ਮਹੀਨੇ ਦੀ ਪੇਮੈਂਟ ਉਹ ਵੀ ਤੁਹਾਡੇ ਤੇ ਆ ਗਿਆ। ਉਹਦਾ ਹੁਣ ਪਹਿਲਾ ਨੈਗੇਟਿਵ ਗੱਲ ਸੁਣ ਲਓ। ਅਗਰ ਉਹ ਬੰਦਾ ਪੇਮੈਂਟ ਮਿਸ ਕਰ ਗਿਆ, ਤੁਹਾਡੇ ਕ੍ਰੈਡਿਟ ਤੇ ਆ ਜਾਣੀ ਹੈ। ਅਗਰ ਬੰਦਾ ਪੇਮੈਂਟ ਹੀ ਨਾ ਦੇਵੇ, ਗੱਡੀ ਵਾਪਸ ਲੈ ਜਾਣ, ਤੁਹਾਡੇ ਕ੍ਰੈਡਿਟ ਤੇ ਉਹ ਵੀ ਖਰਾਬੀ ਆ ਜਾਣੀ ਹੈ। ਪਹਿਲੀ ਖਰਾਬੀ ਤੇ ਆ ਗਈ। ਦੂਸਰੀ ਖਰਾਬੀ ਸੁਣੋ, ਜਿਹੜੀ ਜ਼ਿਆਦਾ ਵੱਡੀ ਹੈ ਮੇਰੇ ਕਾਗਜ਼ਾਂ 'ਚ, ਕਿ ਤੁਸੀਂ ਗੱਡੀ ਤੇ ਉਹਨੂੰ ਲੈਤੀ, ਕੋ ਸੈਨੀ ਬਣ ਗਏ। ਹੁਣ ਤੁਸੀਂ ਆਪਣੀ ਗੱਡੀ ਲੈਣ ਗਏ ਹੋ, ਉੱਥੇ ਜਨਾਬੇ ਵਾਲਾ ਇਹ ਜਿਹੜੀ ਗੱਡੀ ਤੁਸੀਂ ਲੈ ਕੋ ਸੈਨੀ ਬਣੇ ਹੋ ਨਾ, ਇਹਨੇ ਵੀ ਤੁਹਾਡੇ ਨਾਲ ਟਰੈਵਲ ਕਰਕੇ ਤੁਹਾਡੀ ਕ੍ਰੈਡਿਟ ਰਿਪੋਰਟ ਦੇ ਉੱਤੇ ਜਾਣਾ ਹੈ। ਉਹਨੇ ਜਦੋਂ ਦੇਖਣਾ ਨਾ, ਪਹਿਲੇ ਵੀ ਤੇਰੇ ਨਾਂ ਇੱਕ ਗੱਡੀ ਹੈਗੀ ਹੈ, ਹੁਣ ਤੂੰ ਇੱਕ ਹੋਰ ਗੱਡੀ ਲੈਣਾ, ਠੀਕ ਹੈ, ਹੁਣ ਇਹਦਾ ਰੇਟ ਹੈ, ਇਹਦਾ ਇੰਟਰਸਟ ਰੇਟ ਹੈਗਾ ਹੀ, ਜਾਂ ਤੁਹਾਨੂੰ ਗੱਡੀ ਮਿਲੇਗੀ ਨਹੀਂ, ਜਾਂ ਇੰਟਰਸਟ ਰੇਟ ਤੁਹਾਡਾ ਬਹੁਤ ਹਾਈ ਹੋਏਗਾ, ਕਿਉਂਕਿ ਉਹ ਤੁਹਾਡੀ ਡੈਟ ਜੋ ਪਹਿਲੇ ਚੱਲ ਰਹੀ ਹੈ। ਇਸ ਵਾਸਤੇ ਇਹਦੇ ਦੋ ਮੇਨ ਨੁਕਸਾਨ ਹੈਗੇ ਨੇ ਜੋ ਤੁਸੀਂ ਕਰ। ਲੇਕਿਨ ਕਿਉਂਕਿ 5 ਸਾਲ ਦੀ ਗੇਮ ਹੁੰਦੀ ਹੈ, 5 ਸਾਲ ਬਾਅਦ ਮਾਮਲਾ ਖਤਮ ਹੋ ਜਾਂਦਾ। ਕਈ ਲੋਕ ਇਹਨੂੰ ਸਾਈਨ ਕਰਨਾ ਆਸਾਨ ਸਮਝਦੇ ਨੇ, ਚੱਲ ਯਾਰ ਭਰਾ ਹੈ, ਭੈਣ ਹੈ, ਬੱਚਾ ਹੈ, ਕੋਈ ਦੋਸਤ ਹੈ, ਕਰ ਦੋ ਸਾਈਨ, ਕਰ ਦਿੰਦੇ ਨੇ। ਲੇਕਿਨ ਅਸਲ ਮਸਲਾ ਕਿੱਥੇ ਵੇ, ਉਹ ਹੈ ਮਕਾਨ ਸਾਈਨ ਕਰਨ ਦਾ। ਹੁਣ ਇੱਥੇ ਕੀ ਸੀ, 20,000 ਦੀ ਡੈਟ ਤੁਹਾਡੇ ਤੇ, ਉੱਥੇ ਤੁਸੀਂ 4 ਲੱਖ ਦੇ ਮਕਾਨ ਤੇ, 3 ਲੱਖ ਦੇ ਮਕਾਨ ਤੇ ਸਾਈਨ ਕਰ ਬੈਠੇ ਹੋ, ਜੁਆਇੰਟ ਬਣ ਗਏ ਹੋ ਜੀ ਤੁਸੀਂ ਸਾਈਨੀ, ਠੀਕ ਹੈ। ਹੁਣ ਇਹਦਾ ਵੀ ਉਹੀ ਨੁਕਸਾਨ, ਅਗਰ ਪੇਮੈਂਟ ਲੇਟ ਹੋ ਗਈ, ਪੇਮੈਂਟ ਨਾ ਦੇ ਸਕੇ, ਮਕਾਨ ਵਾਪਸ ਚਲਾ ਗਿਆ, ਉਹ ਵੀ ਤੁਹਾਡੇ ਕ੍ਰੈਡਿਟ ਤੇ ਆ ਜਾਣਾ ਔਰ ਇੱਕ ਵੱਡੀ ਰਕਮ ਕ੍ਰੈਡਿਟ ਤੇ ਆਣੀ ਹੈ। ਦੂਸਰਾ ਇਹਦਾ ਨੁਕਸਾਨ ਹੈ ਕਿ ਉਹ 5 ਸਾਲ ਹੈ, ਇਹ 20 ਤੋਂ 30 ਸਾਲ ਹੈ। 20-30 ਸਾਲ ਤੱਕ ਤੁਸੀਂ ਹੁਣ ਉਸ ਬੰਦੇ ਦੇ ਅੰਡਰ ਹੋ, ਅਹਿਸਾਨ ਕਰਕੇ ਵੀ ਤੁਸੀਂ ਹੁਣ ਉਹਦੇ ਅੰਡਰ ਹੋ ਕਿ ਯਾਰ ਕਿਧਰੇ ਕੋਈ ਬੈਕਆਊਟ ਨਾ ਕਰ ਜੇ, ਕੋਈ ਮਸਲਾ ਨਾ ਬਣਾ ਦੇ, ਮੇਰਾ ਕ੍ਰੈਡਿਟ ਖਰਾਬ ਨਾ ਕਰ ਜਾਵੇ। ਇਹ ਯਾਦ ਰੱਖੋ। ਤੀਸਰੀ ਗੱਲ ਜਿਹੜੀ ਸਭ ਤੋਂ ਇੰਪੋਰਟੈਂਟ, ਤੁਸੀਂ ਵੀ ਤਾਂ ਹੁਣ ਕਦੀ ਮਕਾਨ ਖਰੀਦਣਾ ਹੈ, ਕਦੀ ਗੱਡੀ ਲੈਣੀ ਹੈ, ਕਦੀ ਕੁਛ ਕਰਨਾ ਹੈ, ਕੋਈ ਸਪਾਂਸਰ ਕਰਨਾ ਹੈ, ਤੇ ਜਨਾਬ ਵਾਲਾ ਤੁਹਾਨੂੰ ਵੀ ਫਿਰ ਇਹ ਮੁਸੀਬਤ ਪੈਣੀ ਹੈ ਉਹੀ ਵਾਲੀ। ਹੁਣ ਤੁਹਾਡੇ ਪਿੱਛੇ ਵੀ ਇਹ ਸਾਰੀ ਡੈਟ, ਜਿਹੜਾ ਤੁਸੀਂ ਉਹਨੂੰ ਮਕਾਨ ਲੈ ਕੇ ਦਿੱਤਾ, ਜਿਹੜਾ ਤੁਸੀਂ ਸਾਰਾ ਕੁਝ ਕੀਤਾ, ਉਹ ਤੁਹਾਡੇ ਨਾਲ ਟਰੈਵਲ ਕਰਕੇ ਆਣਾ ਹੈ। ਔਰ ਫਿਰ ਉੱਥੇ ਫੈਸਲਾ ਹੋਣਾ ਕਿ ਤੁਹਾਡੀ ਇੰਨੀ ਆਮਦਨੀ ਹੈ ਕਿ ਹੁਣ ਤੁਹਾਨੂੰ ਮਕਾਨ ਦਈਏ ਜਾਂ ਤੁਹਾਨੂੰ ਗੱਡੀ ਦਈਏ। ਤੁਸੀਂ ਤਾਂ ਪਹਿਲੇ ਆਲਰੇਡੀ ਕੋਸੈਨੀ ਬਣ ਕੇ ਆਪਣੇ ਤੋਂ ਉੱਤੇ ਇੱਕ ਡੈਟ ਚੜਾ ਚੁੱਕੇ ਹੋ। ਹੁਣ ਇਹ ਦੋ ਸਿਨੈਰੀਓ, ਇਹਨਾਂ ਦੇ ਨੁਕਸਾਨ ਮੈਂ ਤੁਹਾਡੇ ਅੱਗੇ ਰੱਖ ਦਿੱਤੇ ਨੇ। ਮੁਸ਼ਕਿਲ ਫੈਸਲਾ ਹੈ, ਬਹੁਤ ਮੁਸ਼ਕਿਲ ਫੈਸਲਾ ਹੈ, ਇਹਦੇ ਨਾਲ ਤੁਹਾਨੂੰ ਨੁਕਸਾਨ ਹੋ ਸਕਦਾ ਹੈ। ਹੁਣ ਤੁਸੀਂ ਦੇਖਣਾ ਕਿ ਤੁਹਾਡਾ ਰਿਸ਼ਤਾ ਕੀ ਹੈ, ਕੌਣ ਤੁਹਾਡੇ ਕੋਲ ਮੰਗ ਰਿਹਾ, ਇਹ ਫੈਸਲਾ ਤੁਸੀਂ ਆਪ ਕਰਨਾ ਹੈ। ਨੁਕਸਾਨ ਸਾਰੇ ਉਹਦੇ ਸਾਰੇ ਜੋ ਮਾਮਲਾਤ ਨੇ ਉਹ ਤੁਹਾਡੇ ਅੱਗੇ ਰੱਖ ਦਿੱਤੇ ਗਏ ਨੇ। ਅਗਲੀ ਗੱਲ ਯਾਦ ਰੱਖੋ, ਜੇ ਤੁਹਾਡੇ ਕੋਲ ਕੋਈ ਅਪਾਰਟਮੈਂਟ ਦਾ ਕੋ ਸਾਈਨੀ ਬਣਨ ਦੇ ਕਹਿੰਦਾ, ਉਹ ਕਰ ਦੋ ਸਾਈਨ, ਉਹਦਾ ਕੋਈ ਤਾਲਕ ਨਹੀਂਗਾ, ਉਹ ਕੋਈ ਕ੍ਰੈਡਿਟ ਦਾ ਮਾਮਲਾ ਇੰਨਾ ਨਹੀਂ ਹੁੰਦਾ। ਔਰ ਸ਼ਾਰਟ ਟਰਮ ਲੀਜ਼ ਹੁੰਦੀ ਹੈ, ਬੰਦੇ ਅਕਸਰ ਆਪਣੇ ਨਾਂ ਹੀ ਕਨਵਰਟ ਵੀ ਕਰਾ ਲੈਂਦੇ ਨੇ, ਔਰ ਸਾਲ ਦੀ ਗੇਮ ਹੁੰਦੀ ਹੈ, ਥੋੜਾ ਜਿਹਾ ਕਿਰਾਇਆ ਹੁੰਦਾ, ਨੋ ਪ੍ਰੋਬਲਮ, ਉਹਦੀ ਖੈਰ ਹੈ। ਲੇਕਿਨ ਇਹ ਕਾਰ ਔਰ ਮਕਾਨ ਦਾ ਹੋਰ ਮਾਮਲਾ। ਇੱਕ ਤੇ ਇਹ ਗੱਲ ਤੁਹਾਨੂੰ ਕਲੀਅਰ ਕਰਤੀ ਹੈ। ਹੁਣ ਤੁਸੀਂ ਬਚਣਾ ਹੈ ਕਿ ਨਹੀਂ ਬਚਣਾ, ਇਹ ਤੁਹਾਡੀ ਮਰਜ਼ੀ ਹੈ। ਮੈਂ ਇੱਕ ਮਸ਼ਵਰਾ ਉਹ ਲੋਕਾਂ ਨੂੰ ਦਾਂਗਾ ਜਿਹੜਾ ਕਿਸੇ ਨੂੰ ਕੋ ਸਾਈਨੀ ਦੀ ਰਿਕੁਐਸਟ ਕਰਦੇ ਨੇ। ਦੋਸਤੋ ਦੇਖੋ, ਅਸੀਂ ਸਾਰੇ ਆਪਣੀ ਜ਼ਿੰਦਗੀ ਬਣਾਉਣਾ ਹੈ ਨਾ, ਇੱਥੇ ਸਾਰੇ ਦੇ ਆਪਣੇ ਮਸਾਇਲ ਨੇ, ਕੋਈ ਕਾਰੋਬਾਰ ਕਰ ਰਿਹਾ, ਕੋਈ ਜੋ ਵੀ ਕਰ ਰਿਹਾ। ਹੁਣ ਅਸੀਂ ਇਹੋ ਜਿਹਾ ਸਵਾਲ ਹੀ ਕਿਸੇ ਕੋਲੋਂ ਨਾ ਕਰੀਏ ਕਿ ਯਾਰ ਉਹਨੂੰ ਅਸੀਂ ਮੁਸ਼ਕਲ 'ਚ ਪਾ ਦਈਏ। ਅਸੀਂ ਦੇਖੀਏ ਯਾਰ ਉਹ ਵੀ ਸਾਡੇ ਵਰਗਾ ਹੀ ਹੈ, ਉਹਦੀ ਵੀ ਇੰਝ ਹੀ ਹੈ, ਚਲੋ ਠੀਕ ਹੈ, 4 ਪੈਸੇ ਜ਼ਿਆਦਾ ਕਮਾ ਰਿਹਾ, ਉਹਦਾ ਕ੍ਰੈਡਿਟ ਅੱਛਾ ਹੈ, ਲੇਕਿਨ ਅਸੀਂ ਉਹਨੂੰ ਕਿਉਂ ਮੁਸ਼ਕਲ 'ਚ ਪਾਈਏ? ਮੁਸ਼ਕਲ 'ਚ ਉਹਨੂੰ ਕਿਸ ਨਾਲ ਪਾ ਰਹੇ ਹਾਂ ਕਿ ਉਹ ਕਈ ਦਫਾ ਇਨਕਾਰ ਨਹੀਂ ਕਰ ਸਕਦਾ ਰਿਸ਼ਤੇ ਦੀ ਵਜ੍ਹਾ ਤੋਂ, ਦੋਸਤੀ ਦੀ ਵਜ੍ਹਾ ਤੋਂ, ਔਰ ਹਾਂ ਕਰਕੇ ਉਹ ਫਸਣਾ ਵੀ ਨਹੀਂ ਚਾਹੁੰਦਾ। ਉਹ ਫਿਰ ਕੀ ਕਰਦਾ, ਤੁਹਾਡੇ ਤੋਂ ਭੱਜਦਾ, ਝੂਠ ਬੋਲਦਾ, ਬਹਾਨੇ ਬਣਾਉਂਦਾ, ਇੱਧਰ ਜਾਂਦਾ ਉੱਧਰ ਜਾਂਦਾ, ਕੋਈ ਇਹੋ ਜਿਹਾ, ਫਿਰ ਤੁਹਾਡੇ ਤਾਲੁਕਾਤ ਖਰਾਬ ਹੁੰਦੇ ਨੇ। ਬਿਹਤਰ ਹੈ ਕਿ ਇਹੋ ਜਿਹਾ ਸਵਾਲ ਹੀ ਕਿਸੇ ਕੋਲ ਨਾ ਕਰੋ ਜਿਹੜਾ ਉਹ ਵਿਚਾਰਾ ਪੂਰਾ ਨਾ ਕਰ ਸਕੇ। ਆਪਣੀ ਇੱਕ ਲਿਮਟ ਹਮੇਸ਼ਾ ਲਾਈਨ ਰੱਖਣੀ ਚਾਹੀਦੀ ਹੈ ਕਿ ਯਾਰ ਮੈਂ ਇਹੋ ਜਿਹਾ ਸਵਾਲ ਕਿਸੇ ਕੋਲ ਨਹੀਂ ਕਰਨਾ। ਉਹ ਆਪਣੇ ਆਪ ਨਾਲ ਉਧਾਰ ਕਰ ਲਓ। ਆਪਣੇ ਆਪ ਨਾਲ ਉਧਾਰ ਕੀ ਹੁੰਦਾ ਕਿ ਜਿੰਨੇ ਦੇਰ ਤੱਕ ਪੈਸੇ ਨਹੀਂ ਗਏ ਉਹਨੇ ਦੇਰ ਤੱਕ ਕੋਈ ਚੀਜ਼ ਖਰੀਦੋ ਹੀ ਨਾ, ਉਨੀ ਦੇਰ ਤੱਕ ਕਾਰ ਨਾ ਖਰੀਦੋ, ਤੱਕ ਗੱਡੀ ਨਾ, ਉਹ ਆਪਣਾ ਘਰ ਨਾ ਖਰੀਦੋ, ਕੋਈ ਮਸਲਾ ਨਹੀਂ, ਲੇਕਿਨ ਅਗਲੇ ਨੂੰ ਮੁਸੀਬਤ 'ਚ ਨਾ ਪਾਓ। ਜਿਸ ਤਰ੍ਹਾਂ ਤੁਸੀਂ ਕਿਸੇ ਕੋਲੋਂ ਗੱਡੀ ਮੰਗਦੇ ਹੋ ਨਾ, ਯਾਰ ਆਪਣੀ ਗੱਡੀ ਦਾ ਜਰਾ ਮੈਂ ਜਾਣਾ ਕਿੱਥੇ, ਹੁਣ ਅਗਲਾ ਬੰਦਾ ਤੁਹਾਨੂੰ ਇਨਕਾਰ ਨਹੀਂ ਕਰ ਸਕਦਾ, ਲੇਕਿਨ ਉਹ ਵਿਚਾਰਾ ਬੜੀ ਮਜਬੂਰੀ ਨਾਲ ਆਪਣੀ ਗੱਡੀ ਦਿੰਦਾ ਕਿ ਚੱਲ ਯਾਰ ਹੁਣ ਮੇਰਾ ਤਾਲਕ ਐਸਾ, ਮੈਂ ਕਿਸੇ ਨਾਲ ਇਨਕਾਰ ਕਰਾਂ। ਇਹੋ ਜਿਹਾ ਸਵਾਲ ਕਿਸੇ ਕੋਲ ਕਰਨਾ ਹੀ ਨਹੀਂ ਚਾਹੀਦਾ। ਮੈਂ ਤੇ ਐਸਾ ਕਿਚਾ ਅਗਲੇ ਬੰਦੇ ਨੂੰ ਕਦੀ ਮੁਸ਼ਕਲ 'ਚ ਨਾ ਪਾਓ, ਤਾਂ ਕਿ ਤੁਹਾਡਾ ਤਾਲੁਕ ਵੀ ਕਾਇਮ ਰਹਿ ਜਾਵੇ ਔਰ ਕੰਮ ਵੀ ਹੋ ਜਾਵੇ। ਤੇ ਚੈਨਲ ਨੂੰ ਪਲੀਜ਼ ਸਬਸਕ੍ਰਾਈਬ ਕਰ ਲੈਣਾ। ਥੈਂਕ ਯੂ ਸੋ ਮਚ।